ਹੈਲੋ ਫਰੈਂਡਸ, ਵੈਲਕਮ ਟੂ ਮੈਗਨੀਫੀਸੈਂਟ ਲਰਨਿੰਗ। ਸੋ ਜਿਵੇਂ ਕਿ ਤੁਸੀਂ ਨੋਟੀਫਿਕੇਸ਼ਨ ਆਫੀਸ਼ੀਅਲ ਨੋਟੀਫਿਕੇਸ਼ਨ ਦੇਖ ਰਹੇ ਹੋ, ਆਬਕਾਰੀ ਤੇ ਕਾਰਨ ਲਿਖ ਦਿੱਤੀਆਂ 107 ਅਸਾਮੀਆਂ ਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਆਊਟ ਹੋ ਚੁੱਕਿਆ ਹੈ। ਇਸ ਪੂਰੇ ਨੋਟੀਫਿਕੇਸ਼ਨ ਨੂੰ ਧਿਆਨ ਦੇ ਨਾਲ ਰੀਡ ਕਰਾਂਗੀ ਕਿਉਂਕਿ ਇਹਨਾਂ ਨੇ ਖਾਸ ਤੌਰ ਤੇ ਕਿਹਾ ਹੈ ਕਿ ਅਗਰ ਤੁਸੀਂ ਇਸ ਨੋਟੀਫਿਕੇਸ਼ਨ ਦੇ ਅਕੋਰਡਿੰਗ ਇਸ ਅਸਾਮੀ ਦੇ ਲਈ ਅਯੋਗ ਪਾਏ ਜਾਂਦੇ ਹੋ ਤਾਂ ਤੁਹਾਡੀ ਜਿਹੜੀ ਫੀਸ ਹੈ, ਕਿਉਂਕਿ ਇਸ ਨੂੰ ਭਰਨ ਦੇ ਲਈ ਤੁਹਾਨੂੰ ਫੀਸ ਪੇ ਕਰਨੀ ਪਏਗੀ, ਉਹ ਵਾਪਸ ਜਿਹੜੀ ਫੀਸ ਨਹੀਂ ਹੋਏਗੀ। ਸੋ ਪੂਰੇ ਨੋਟੀਫਿਕੇਸ਼ਨ ਨੂੰ ਧਿਆਨ ਨਾਲ ਪੜ੍ਹਿਓ ਤੇ ਉਸ ਦੇ ਅਕੋਰਡਿੰਗ ਹੀ ਜਿਹੜਾ ਹੈਗਾ ਤੁਸੀਂ ਅਪਲਾਈ ਕਰਨਾ ਹੈ। ਸੋ ਪੂਰੇ ਨੋਟੀਫਿਕੇਸ਼ਨ ਨੂੰ ਅਸੀਂ ਰੀਡ ਕਰਾਂਗੇ। ਟੋਟਲ 11 ਪੇजेस ਦਾ ਇਹ ਨੋਟੀਫਿਕੇਸ਼ਨ ਹੈ। ਹਰ ਪੁਆਇੰਟ ਨੂੰ ਜਿਹੜਾ ਡਿਟੇਲ ਦੇ ਵਿੱਚ ਅਸੀਂ ਡਿਸਕਸ ਕਰਾਂਗੇ। ਠੀਕ ਹੈ ਜੀ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਅਖਬਾਰ ਵਿੱਚ ਇਸ਼ਤਿਹਾਰ ਪ੍ਰਕਾਸ਼ਿਤ ਹੋਣ ਦੀ ਮਿਤੀ ਕਿਹੜੀ ਹੈਗੀ ਹੈ ਜੀ 13 ਮਈ। ਉਸ ਤੋਂ ਬਾਅਦ ਆਨਲਾਈਨ ਅਰਜ਼ੀਆਂ ਅਪਲਾਈ ਸਬਮਿਟ ਕਰਨ ਦੀ ਸ਼ੁਰੂਆਤੀ ਮਿਤੀ 23 ਤਰੀਕ ਤੋਂ ਜਿਹੜੇ ਆਨਲਾਈਨ ਪੋਰਟਲ ਓਪਨ ਹੋ ਜਾਏਗਾ। ਸੋ ਆਫੀਸ਼ੀਅਲ ਮੈਂ ਵੈਬਸਾਈਟ ਨੂੰ ਦੱਸ ਦਿੰਦੀ ਹਾਂ। ਇਸ ਵੈਬਸਾਈਟ ਤੇ ਜਾ ਕੇ ਤੁਸੀਂ ਲਿੰਕ ਤੇ ਕਲਿੱਕ ਕਰਕੇ ਆਨਲਾਈਨ ਅਪਲਾਈ ਕਰ ਸਕਦੇ ਹੋ, ਜਾਂ ਫਿਰ ਵੈਬਸਾਈਟ ਦਾ ਲਿੰਕ ਵੀ ਆਪਾਂ ਚੈਨਲ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਾਂਗੇ। ਉੱਥੋਂ ਜਾ ਕੇ ਜਿਹੜਾ ਤੁਸੀਂ ਡਾਇਰੈਕਟ ਵੈਬਸਾਈਟ ਤੇ ਪਹੁੰਚ ਕੇ ਅਪਲਾਈ ਕਰ ਸਕਦੇ ਹੋ। ਅਗਰ ਆਪਾਂ ਲਾਸਟ ਡੇਟ ਦੀ ਗੱਲ ਕਰੀਏ ਤਾਂ ਲਾਸਟ ਡੇਟ ਹੈਗੀ ਹੈ 23 ਜੂਨ ਸ਼ਾਮ 5 ਵਜੇ ਤੱਕ ਅਪਲਾਈ ਕਰ ਸਕਦੇ ਹੋ, ਔਰ ਫੀਸ ਭਰਨ ਦੀ ਆਖਰੀ ਮਿਤੀ ਹੈਗੀ ਹੈ 27 ਜੂਨ। ਠੀਕ ਹੈ ਜੀ। ਸੋ ਜਾਣ ਪਛਾਣ ਦੀ ਅਗਰ ਆਪਾਂ ਗੱਲ ਕਰੀਏ, ਸੋ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੀ ਸਥਾਪਨਾ ਭਾਰਤੀ ਸੰਵਿਧਾਨ ਦੀ ਧਾਰਾ 309 ਤਹਿਤ ਕੀਤੀ ਗਈ ਹੈ। ਸੋ ਜਿਸ ਦਾ ਮੁੱਖ ਮਤਲਬ ਪੰਜਾਬ ਸਰਕਾਰ ਦੇ ਅਦਾਰਿਆਂ ਵੱਲੋਂ ਪ੍ਰਾਪਤ ਹੋਏ ਮੰਗ ਪੱਤਰਾਂ ਅਨੁਸਾਰ ਪੰਜਾਬ ਸਰਕਾਰ ਦੇ ਅਦਾਰਿਆਂ ਵਿੱਚ ਗਰੁੱਪ ਸੀ ਸੇਵਾਵਾਂ ਦੇ ਅਮਲੇ ਦੀ ਭਰਤੀ ਕਰਨਾ ਹੈ। ਅਗਰ ਆਪਾਂ ਵਿਸਥਾਰਪੂਰਵਕ ਸੂਚਨਾ ਦੀ ਗੱਲ ਕਰੀਏ, ਠੀਕ ਹੈ ਜੀ। ਸੋ ਮੁੱਦੇ ਦੀ ਗੱਲ ਆਪਾਂ ਕਰਦੇ ਹਾਂ। ਵਿਭਾਗ ਦਾ ਨਾਮ ਹੈਗਾ ਆ ਦਫ਼ਤਰ ਆਬਕਾਰੀ ਤੇ ਕਰ ਕਮਿਸ਼ਨਰ ਪੰਜਾਬ ਪਟਿਆਲਾ। ਕੁੱਲ ਅਸਾਮੀਆਂ ਤੁਹਾਡੇ ਕੋਲ ਹੈਗੀਆਂ ਨੇ 107 107 ਅਸਾਮੀਆਂ ਨੇ, ਵਿੱਚ ਹੀ ਬੈਕਲੌਗ ਦੀਆਂ ਵੀ ਅਸਾਮੀਆਂ ਨੇ। ਅਗਰ ਆਪਾਂ ਯੋਗਤਾ ਦੀ ਗੱਲ ਕਰੀਏ, ਯੋਗਤਾ ਆਪਣੇ ਕੋਲ ਕੀ ਚਾਹੀਦੀ ਹੈ? ਸਭ ਤੋਂ ਪਹਿਲਾਂ ਤਾਂ ਹੋਣੀ ਚਾਹੀਦੀ ਹੈ ਗ੍ਰੈਜੂਏਸ਼ਨ ਦੇ ਲਈ ਇਹਨਾਂ ਨੇ ਕੋਈ ਵੀ ਪਰਸੈਂਟੇਜ ਜਿਹੜੀ ਹੈਗੀ ਸਾਡੇ ਸਾਹਮਣੇ ਨਹੀਂ ਰੱਖੀ ਵੀ ਗ੍ਰੈਜੂਏਸ਼ਨ ਦੇ ਵਿੱਚ ਕਿੰਨੇ % ਮਾਰਕਸ ਹੋਣੇ ਚਾਹੀਦੇ ਨੇ। ਸੋ ਆਪਾਂ ਇਹੀ ਉਮੀਦ ਕਰ ਸਕਦੇ ਹਾਂ ਕਿ ਜਿੰਨੇ ਮਰਜ਼ੀ % ਮਾਰਕਸ ਹੋਣ ਤੁਸੀਂ ਅਪਲਾਈ ਕਰ ਸਕਦੇ ਹੋ, ਰਾਈਟ। ਐਂਡ ਨਾਲ ਹੀ 120 ਆਵਰਸ ਦਾ ਕੰਪਿਊਟਰ ਕੋਰਸ ਵਿਦ ਵਰਕਿੰਗ ਐਕਸਪੀਰੀਅੰਸ। ਨਾਲ ਹੀ ਇਹਨਾਂ ਨੇ ਐਕਸਪੀਰੀਅੰਸ ਵੀ ਮੰਗਿਆ ਹੈ, ਬਟ ਇਹਨਾਂ ਨੇ ਐਕਸਪੀਰੀਅੰਸ ਸਿਰਫ ਵਰਕਿੰਗ ਐਕਸਪੀਰੀਅੰਸ ਦੀ ਗੱਲ ਕੀਤੀ। ਇਹਨਾਂ ਨੇ ਨਹੀਂ ਲਿਖਿਆ ਹੋਇਆ ਵੀ ਕਿੰਨੇ ਸਾਲ ਦਾ ਐਕਸਪੀਰੀਅੰਸ ਚਾਹੀਦਾ ਬੇਸਿਕਲੀ। ਠੀਕ ਹੈ, ਸਿਰਫ ਐਕਸਪੀਰੀਅੰਸ ਦੀ ਹੀ ਗੱਲ ਕੀਤੀ ਆ। ਇਨ ਦਾ ਯੂਜ਼ ਆਫ ਪਰਸਨਲ ਕੰਪਿਊਟਰ ਔਰ ਇਨਫੋਰਮੇਸ਼ਨ ਟੈਕਨੋਲੋਜੀ ਇਨ ਆਫਿਸ ਪ੍ਰੋਡਕਟਿਵਿਟੀ ਐਪਲੀਕੇਸ਼ਨਸ ਔਰ ਡੈਸਕਟॉप ਪਬਲਿਸ਼ਿੰਗ ਐਪਲੀਕੇਸ਼ਨਸ ਫਰॉम ਅ ਗਵਰਨਮੈਂਟ ਰੈਕੋਗਨਾਈਜ਼ਡ ਇੰਸਟੀਟਿਊਟ ਔਰ ਰੈਪਿਊਟਡ ਇੰਸਟੀਟਿਊਟ ਵਿਚ ਇਜ਼ ISO 9001 ਸਰਟੀਫਾਈਡ। ISO ਤੋਂ ਸਰਟੀਫਾਈਡ ਹੋਣਾ ਚਾਹੀਦਾ ਜਿੱਥੋਂ ਵੀ ਤੁਸੀਂ ਕੰਪਿਊਟਰ ਕੋਰਸ ਕੀਤਾ ਹੈ। ਠੀਕ ਹੈ, ਜਿਹਦਾ ਜਿਹੜਾ ਸਰਟੀਫਿਕੇਟ ਹੈ ISO ਹੀ ਸਰਟੀਫਾਈਡ ਹੋਣਾ ਚਾਹੀਦਾ ਹੈ। ਅਗਰ 120 ਆਵਰਸ ਦਾ ਕੰਪਿਊਟਰ ਕੋਰਸ ਨਹੀਂ ਹੈ ਤਾਂ ਇਸ ਦੀ ਜਗ੍ਹਾ ਤੇ ਸ਼ੁੱਡ ਹੈਵ ਪਾਸਡ ਅ ਕੰਪਿਊਟਰ ਇਨਫੋਰਮੇਸ਼ਨ ਟੈਕਨੋਲੋਜੀ ਕੋਰਸਿਸ। ਕੰਪਿਊਟਰ ਇਨਫੋਰਮੇਸ਼ਨ ਟੈਕਨੋਲੋਜੀ ਕੋਰਸਿਸ ਕਿਤੇ ਹੋਣ ਜਿਹੜੇ ਕਿ ਇਕੁਇਵਲੈਂਟ ਹੋਣ ਕਿਸ ਦੇ O ਲੈਵਲ ਸਰਟੀਫਿਕੇਟ ਆਫ DOEACC ਆਫ ਗਵਰਨਮੈਂਟ ਆਫ ਇੰਡੀਆ। ਸੋ ਗ੍ਰੈਜੂਏਸ਼ਨ ਕੰਪਲਸਰੀ ਹੈ, ਔਰ ਇਹਨਾਂ ਦੋਵਾਂ ਦੇ ਵਿੱਚ ਕੋਈ ਇੱਕ ਵੀ ਚੀਜ਼ ਅਗਰ ਤੁਹਾਡੇ ਕੋਲ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ, ਰਾਈਟ। ਐਂਡ ਅੱਗੇ ਆਪਾਂ ਗੱਲ ਕਰਦੇ ਹਾਂ 10th ਲੈਵਲ ਦੇ ਵਿੱਚ ਪੰਜਾਬੀ ਜਿਹੜੀ ਆ ਪਾਸ ਹੋਣੀ ਚਾਹੀਦੀ ਹੈ। ਅਗਰ 10th ਲੈਵਲ ਦੇ ਵਿੱਚ ਮੈਟਰੀਕੂਲੇਸ਼ਨ ਦੇ ਵਿੱਚ ਪੰਜਾਬੀ ਪਾਸ ਨਹੀਂ ਕੀਤੀ ਹੋਈ ਤਾਂ ਪੰਜਾਬੀ ਬੇਸਿਕਲੀ ਜਿਹੜਾ ਸਬਜੈਕਟ ਹੈ ਜਾਂ ਫਿਰ ਇਸ ਦੇ ਬਰਾਬਰ ਦੀ ਯੋਗਤਾ ਪਾਸ ਕੀਤੀ ਹੋਣੀ ਲਾਜ਼ਮੀ ਹੈ। ਅਗਰ ਪੰਜਾਬੀ ਪਾਸ ਨਹੀਂ ਕੀਤੀ ਹੋਈ ਤਾਂ ਤੁਸੀਂ ਇਸ ਅਸਾਮੀ ਦੇ ਲਈ ਅਯੋਗ ਹੋ। ਭਾਵੇਂ ਤੁਸੀਂ ਉੱਪਰਲੀਆਂ ਜਿਹੜੀਆਂ ਵਿਦਿਅਕ ਯੋਗਤਾਵਾਂ ਤੁਹਾਡੇ ਕੋਲ ਹੈਗੀਆਂ ਨੇ, ਬਟ 10th ਦੇ ਵਿੱਚ ਪੰਜਾਬੀ ਪੱਧਰ ਦੇ ਨਾਲ ਪਾਸ ਨਹੀਂ ਕੀਤੀ ਹੋਈ, 10ਵੀਂ ਪੱਧਰ ਤੇ ਪੰਜਾਬੀ ਇਸ ਦੇ ਬਰਾਬਰ ਦੀ ਯੋਗਤਾ ਪਾਸ ਕੀਤੀ ਹੋਣੀ ਲਾਜ਼ਮੀ ਹੈ ਨਾ, ਤਾਂ ਵੀ ਤੁਸੀਂ ਜਿਹੜੇ ਹੈਗੇ ਅਯੋਗ ਮੰਨੇ ਜਾਓਗੇ। ਇਹਨਾਂ ਨੇ ਸਾਫ਼ ਇਹ ਗੱਲ ਕੀਤੀ ਹੈ। Knowledge of Punjabi language. No person shall be appointed to any post in any service by direct appointment unless he has passed matriculation examination with Punjabi as one of the compulsory and elective subject or any other equivalent examination in Punjabi language which may be specified by the government from time to time. अगर पंजाबी नहीं पास की हुई मैट्रिकुलेशन ਦੇ ਵਿੱਚ ਤਾਂ ਤੁਸੀਂ ਇਸ ਜਿਹੜੀ ਅਸਾਮੀ ਹੈਗੀ ਇਸ ਦੇ ਲਈ ਅਪਾਇੰਟ ਨਹੀਂ ਕੀਤੇ ਜਾਓਗੇ। ਅਗਰ ਆਪਾਂ ਅਸਾਮੀਆਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਅਲੱਗ-ਅਲੱਗ ਕੈਟਾਗਰੀਜ਼ ਦੇ ਲਈ ਅਲੱਗ-ਅਲੱਗ ਅਸਾਮੀਆਂ ਦੇ ਬਾਰੇ ਸਾਨੂੰ ਦੱਸਿਆ ਗਿਆ ਹੈ। ਟੋਟਲ ਨੰਬਰ ਆਫ ਵੈਕੈਂਸੀਜ਼ ਇਨਕਲੂਡਿੰਗ ਬੈਕਲੌਗ ਔਰ ਵੂਮਨਸ ਦੇ ਲਈ ਵੀ ਰਿਜ਼ਰਵੇਸ਼ਨ ਅਲੱਗ ਤੋਂ ਹੈ। ਜਿਵੇਂ ਕਿ ਤੁਹਾਨੂੰ ਮੈਂ ਦਿਖਾ ਦੇਣੀ ਹਾਂ ਜਨਰਲ ਕੈਟਾਗਰੀ ਲਈ ਟੋਟਲ 42 ਅਸਾਮੀਆਂ ਨੇ। 42 ਦੇ ਵਿੱਚੋਂ 12 ਅਸਾਮੀਆਂ ਜਿਹੜੀਆਂ ਨੇ ਵੂਮਨ ਦੇ ਲਈ ਰਿਜ਼ਰਵਡ ਨੇ। ਨੈਕਸਟ ਅਗਰ SC MNB R&O BC ਐਕਸ ਸਰਵਿਸਮੈਨ ਜਨਰਲ SC MNB ਇਹ ਸਾਰੀ ਜਿਹੜੀ ਵੈਕੈਂਸੀ ਤੁਸੀਂ ਆਪਣੇ ਅਕੋਰਡਿੰਗ ਦੇਖ ਸਕਦੇ ਹੋ ਆਪਣੀ ਕੈਟਾਗਰੀ ਦੇ ਅਕੋਰਡਿੰਗ। ਠੀਕ ਹੈ ਜੀ। ਨੈਕਸਟ ਆਪਾਂ ਗੱਲ ਕਰਦੇ ਹਾਂ ਉਕਤ ਅਸਾਮੀਆਂ ਦਾ ਕੈਟਾਗਰੀ ਵਾਈਜ਼ ਵਰਗੀਕਰਨ ਸੰਬੰਧਿਤ ਵਿਭਾਗ ਤੋਂ ਪ੍ਰਾਪਤ ਹੋਏ ਮੰਗ ਪੱਤਰ ਅਨੁਸਾਰ ਕੀਤਾ ਗਿਆ ਹੈ। ਜੋ ਵੀ ਭਵਿੱਖ ਵਿੱਚ ਸੰਬੰਧਿਤ ਸਰਕਾਰ ਤੋਂ ਪ੍ਰਾਪਤ ਸੂਚਨਾ ਫੈਸਲੇ ਦੇ ਸਨਮੁਖ ਤਬਦੀਲ ਵੀ ਕੀਤਾ ਜਾ ਸਕਦਾ ਹੈ। ਉੱਪਰ ਅਸਾਮੀਆਂ ਦੇ ਵਿੱਚ ਜਿਹੜੀ ਹੈਗੀ ਤਬਦੀਲੀ ਵੀ ਕੀਤੀ ਜਾ ਸਕਦੀ ਹੈ, ਇਹ ਗੱਲ ਇਹਨਾਂ ਨੇ ਮੈਂਸ਼ਨ ਕੀਤੀ ਹੈ। ਭਵਿੱਖ ਵਿੱਚ ਸੰਬੰਧਿਤ ਵਿਭਾਗ ਸਰਕਾਰ ਤੋਂ ਪ੍ਰਾਪਤ ਸੂਚਨਾ ਫੈਸਲੇ ਦੇ ਸਨਮੁਖ ਇਹ ਅਸਾਮੀਆਂ ਘਟਾਈਆਂ ਵਧਾਈਆਂ ਜਾਂ ਖਾਰਜ ਵੀ ਕੀਤੀਆਂ ਜਾ ਸਕਦੀਆਂ ਹਨ। ਸੋ ਇਹਨਾਂ ਅਸਾਮੀਆਂ ਨੂੰ ਘਟਾਇਆ ਵੀ ਜਾ ਸਕਦਾ ਹੈ, ਵਧਾਇਆ ਵੀ ਜਾ ਸਕਦਾ ਔਰ ਖਾਰਜ ਵੀ ਕੀਤਾ ਜਾ ਸਕਦਾ ਹੈ, ਰਾਈਟ। ਇਹ ਗੱਲ ਇਹਨਾਂ ਨੇ ਮੈਂਸ਼ਨ ਕੀਤੀ ਹੈ। ਹੁਣ ਇੱਕ ਗੱਲ ਹੋਰ ਇੰਪੋਰਟੈਂਟ ਪੁਆਇੰਟ ਇਹਨਾਂ ਨੇ ਕੀ ਲਿਖਿਆ ਹੋਇਆ ਹੈ, ਅਸਾਮੀਆਂ ਨੂੰ ਅਪਲਾਈ ਕਰਨ ਸੰਬੰਧੀ ਹਦਾਇਤਾਂ ਜਿਹੜੀਆਂ ਨੇ ਸਿਰਫ ਉਹੀ ਉਮੀਦਵਾਰ ਅਪਲਾਈ ਕਰਨ ਜੋ ਇਹਨਾਂ ਅਸਾਮੀਆਂ ਦੇ ਲਈ ਯੋਗ ਹਨ। ਅਗਰ ਤੁਹਾਡੇ ਕੋਲ ਉੱਪਰ ਗ੍ਰੈਜੂਏਸ਼ਨ ਪਲੱਸ ਜਿਹੜਾ ਉਹਨਾਂ ਨੇ 120 ਆਵਰਸ ਦਾ ਕੰਪਿਊਟਰ ਕੋਰਸ ਮੰਗਿਆ ਹੈ ਜਾਂ ਫਿਰ ਜੋ ਇਨਫੋਰਮੇਸ਼ਨ ਟੈਕਨੋਲੋਜੀ ਦੇ ਕੋਰਸਿਸ ਨੇ ਇਕੁਇਵਲੈਂਟ ਟੂ ਉਹ ਹੈ ਨਾ, ਸੋ ਉਹ ਵਾਲਾ ਅਗਰ ਹੈ ਨਾਲ ਹੀ ਮੈਟਰੀਕੂਲੇਸ਼ਨ ਦੇ ਵਿੱਚ ਪੰਜਾਬੀ ਪਾਸ ਕੀਤੀ ਹੈ ਤਾਂ ਹੀ ਤੁਸੀਂ ਅਪਲਾਈ ਕਰਨਾ। ਔਰ ਜੇਕਰ ਕਿਸੇ ਉਮੀਦਵਾਰ ਨੂੰ ਅਪਲਾਈ ਕੀਤੀ ਅਸਾਮੀ ਸੰਬੰਧਿਤ ਵਿਦਿਅਕ ਯੋਗਤਾ ਤਕਨੀਕੀ ਯੋਗਤਾ ਸੰਬੰਧੀ ਯੋਗ ਨਹੀਂ ਪਾਇਆ ਗਿਆ ਤਾਂ ਉਸਨੂੰ ਅਯੋਗ ਕਰਾਰ ਦੇ ਦਿੱਤਾ ਜਾਵੇਗਾ। ਨੈਕਸਟ ਆਪਾਂ ਗੱਲ ਕਰਦੇ ਹਾਂ ਉਮੀਦਵਾਰ ਨੂੰ ਹਦਾਇਤ ਦਿੱਤੀ ਜਾਂਦੀ ਹੈ ਕਿ ਉਹ ਸਾਰਣੀ ਵਿੱਚ ਦਰਜ ਅਸਾਮੀਆਂ ਦੀ ਕੈਟਾਗਰੀ ਵਾਈਜ਼ ਵੰਡ ਅਨੁਸਾਰ ਹੀ ਅਪਲਾਈ ਕਰੇ। ਸੰਬੰਧਿਤ ਕੈਟਾਗਰੀ ਵਿੱਚ ਅਸਾਮੀ ਦੀ ਉਪਲਬਧਤਾ ਅਨੁਸਾਰ ਹੀ ਵਿਚਾਰੀ ਜਾਵੇਗੀ। ਸੋ ਆਪਣੀ ਕੈਟਾਗਰੀ ਦੇ ਅਕੋਰਡਿੰਗ ਹੀ ਤੁਸੀਂ ਅਪਲਾਈ ਕਰਨਾ ਹੈ।
ਨੈਕਸਟ ਅਪਲਾਈ ਕਰਨ ਦੇ ਸਮੇਂ ਹੀ ਜਿਹੜੇ ਕੋਡ ਨੇ ਤੁਸੀਂ ਧਿਆਨ ਦੇ ਵਿੱਚ ਰੱਖਣੇ ਨੇ। ਜਨਰਲ ਦੇ ਲਈ 101 ਕੋਡ ਹੈਗਾ, EWS ਜਨਰਲ ਦੇ ਲਈ 102, ਰਾਈਟ। ਆਪਣੀ ਅਸਾਮੀ ਦੇ ਅਕੋਰਡਿੰਗ ਜਿਹੜਾ ਤੁਸੀਂ ਆਪਣਾ ਕੋਡ ਹੈ ਉਹ ਧਿਆਨ ਦੇ ਵਿੱਚ ਰੱਖ ਕੇ ਹੀ ਅਪਲਾਈ ਕਰਨਾ ਹੈ। ਨੈਕਸਟ ਇਹਨਾਂ ਨੇ ਪੰਜਾਬੀ ਇਹਨਾਂ ਦੀ ਲਿਖੀ ਹੋਈ ਹੈ ਜਨਰਲ ਆਮ ਵਰਗ, EWS ਆਮ ਤੌਰ ਤੇ ਕਮਜ਼ੋਰ ਵਰਗ, ਰਾਈਟ। ਸੋ ਇਹ ਤੁਸੀਂ ਦੇਖ ਲੈਣਾ ਇੱਕ ਵਾਰ। ਨੈਕਸਟ ਅਗਰ ਆਪਾਂ ਗੱਲ ਕਰਦੇ ਹਾਂ ਰਿਜ਼ਰਵੇਸ਼ਨ ਦੀ, ਰਾਖਵੇਂਕਰਨ ਦੀ ਗੱਲ ਕਰੀਏ, ਇਹਨਾਂ ਨੂੰ ਧਿਆਨ ਦੇ ਨਾਲ ਪੜ੍ਹ ਲੈਣਾ। ਉਮੀਦਵਾਰ ਸ਼੍ਰੇਣੀ ਅਤੇ ਇਸ ਦੇ ਕੋਡ ਦਾ ਧਿਆਨ ਰੱਖਦੇ ਹੋਏ ਆਨਲਾਈਨ ਫਾਰਮ ਸੁਚੇਤ ਹੋ ਕੇ ਭਰਨ, ਕਿਉਂਕਿ ਕਿਸੇ ਵੀ ਸਟੇਜ ਦੇ ਸ਼੍ਰੇਣੀ ਅਤੇ ਸ਼੍ਰੇਣੀ ਕੋਡ ਤਬਦੀਲ ਨਹੀਂ ਕੀਤਾ ਜਾਵੇਗਾ। ਸੋ ਸਭ ਤੋਂ ਪਹਿਲੇ ਹੀ ਇਹਨਾਂ ਨੇ ਗੱਲ ਤੁਹਾਨੂੰ ਦੱਸ ਦਿੱਤੀ ਹੈਗੀ ਵੀ ਜਦੋਂ ਵੀ ਆਨਲਾਈਨ ਅਪਲਾਈ ਕਰਨਾ ਹੈ ਤਾਂ ਸ਼੍ਰੇਣੀ ਨੂੰ ਕੈਟਾਗਰੀ ਤੇ ਕੈਟਾਗਰੀ ਕੋਡ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ, ਕਿਉਂਕਿ ਬਾਅਦ ਦੇ ਵਿੱਚ ਇਹ ਚੇਂਜ ਨਹੀਂ ਹੋ ਸਕਦੇ, ਇਹਨਾਂ ਨੂੰ ਤੁਸੀਂ ਕਰੈਕਟ ਨਹੀਂ ਕਰ ਸਕਦੇ। ਸ਼੍ਰੇਣੀ ਕੋਡ ਉਕਤ ਦਰਸਾਈਆਂ ਅਸਾਮੀਆਂ ਦੇ ਅਨੁਸਾਰ ਹੀ ਭਰਿਆ ਜਾਵੇ। ਉਮੀਦਵਾਰ ਕਿਸੇ ਵੀ ਅਜਿਹੀ ਸ਼੍ਰੇਣੀ ਵਿਰੁੱਧ ਅਪਲਾਈ ਨਾ ਕਰਨ ਜਿਸ ਦੀ ਅਸਾਮੀ ਉੱਪਰ ਦਰਸਾਈ ਸਾਰਣੀ ਵਿੱਚ ਦਰਜ ਨਹੀਂ ਕੀਤੀ ਗਈ। ਉੱਪਰ ਜਿਹੜੀਆਂ ਵੀ ਕੈਟਾਗਰੀਜ਼ ਦਰਸਾਈਆਂ ਗਈਆਂ ਨੇ ਉਹਦੇ ਅਕੋਰਡਿੰਗ ਹੀ ਅਪਲਾਈ ਕਰਨਾ ਹੈ। ਰਾਖਵਾਂਕਰਨ ਦਾ ਲਾਭ ਕੇਵਲ ਪੰਜਾਬ ਦੇ ਵਸਨੀਕਾਂ ਨੂੰ ਹੀ ਮਿਲਣਯੋਗ ਹੋਵੇਗਾ। ਸੋ ਜਿਹੜਾ ਰਾਖਵਾਂਕਰਨ ਹੈ, ਰਿਜ਼ਰਵੇਸ਼ਨ ਹੈ, ਉਹਦਾ ਲਾਭ ਕਿਸ ਨੂੰ ਮਿਲੇਗਾ? ਪੰਜਾਬ ਦੇ ਵਸਨੀਕਾਂ ਨੂੰ। ਇਸ ਲਈ ਸ਼੍ਰੇਣੀ ਅਤੇ ਸ਼੍ਰੇਣੀ ਕੋਡ ਭਰਨ ਸਮੇਂ ਉਮੀਦਵਾਰ ਇਸ ਗੱਲ ਦਾ ਖਾਸ ਤੌਰ ਤੇ ਧਿਆਨ ਰੱਖਣ। ਉਮੀਦਵਾਰਾਂ ਵੱਲੋਂ ਆਨਲਾਈਨ ਭਰੇ ਗਏ ਫਾਰਮ ਵਿੱਚ ਦਰਜ ਸ਼੍ਰੇਣੀ ਕੋਡ ਦੇ ਆਧਾਰ ਤੇ ਹੀ ਉਸ ਦੀ ਪਾਤਰਤਾ ਨੂੰ ਵਿਚਾਰਿਆ ਜਾਵੇਗਾ। ਨੈਕਸਟ ਆਪਾਂ ਗੱਲ ਕਰਦੇ ਹਾਂ ਰਾਖਵਾਂਕਰਨ ਦਾ ਲਾਭ ਲੈਣ ਲਈ ਉਮੀਦਵਾਰ ਪੰਜਾਬ ਦਾ ਵਸਨੀਕ ਹੋਣ ਦਾ ਤਾਜ਼ਾ ਜਾਰੀ ਕੀਤਾ ਹੋਇਆ ਸਰਟੀਫਿਕੇਟ। ਸੋ ਤਾਜ਼ੇ ਦੀ ਇਹਨਾਂ ਨੇ ਗੱਲ ਕੀਤੀ ਹੈ। ਅੱਗੇ ਇਹਨਾਂ ਨੇ ਵੀ ਗੱਲ ਲਿਖੀ ਹੋਈ ਕਿ ਸਰਟੀਫਿਕੇਟ ਕਾਉਂਸਲਿੰਗ ਦੌਰਾਨ ਪੇਸ਼ ਕਰਨ ਸਮੇਂ ਕਿਸੇ ਵੀ ਸਥਿਤੀ ਵਿੱਚ 5 ਸਾਲ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ। ਅਗਰ ਤੁਹਾਡੇ ਕੋਲ ਡੋਮਿਸਾਈਲ ਸਰਟੀਫਿਕੇਟ 5 ਸਾਲ ਤੋਂ ਜ਼ਿਆਦਾ ਪੁਰਾਣਾ ਹੈ ਤਾਂ ਉਸ ਨੂੰ ਦੁਬਾਰਾ ਤੋਂ ਬਣਵਾ ਲਓ, ਰੀਨਿਊ ਨਹੀਂ ਹੋਏਗਾ, ਦੁਬਾਰਾ ਬਣੇਗਾ। ਅਨੁਸੂਚਿਤ ਜਾਤੀ ਪਛੜੀ ਸ਼੍ਰੇਣੀ, ਸਾਬਕਾ ਫੌਜੀ, ਆਰਥਿਕ ਤੌਰ ਤੇ ਕਮਜ਼ੋਰ ਵਰਗ ਦਾ ਸਰਟੀਫਿਕੇਟ ਪੰਜਾਬ ਸਰਕਾਰ ਦੀਆਂ ਪ੍ਰਚਲਿਤ ਹਦਾਇਤਾਂ ਅਨੁਸਾਰ ਹੋਣਾ ਲਾਜ਼ਮੀ ਹੈ। ਸੋ ਜਿਹੜੀਆਂ ਵੀ ਕੈਟਾਗਰੀਜ਼ ਮੈਂਸ਼ਨ ਇਹਨਾਂ ਦਾ ਜਿਹੜਾ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਚਾਹੀਦਾ ਹੈ। ਉਮੀਦਵਾਰ ਕਾਉਂਸਲਿੰਗ ਸਮੇਂ ਅਤੇ ਹੋਰ ਕਿਸੇ ਵੀ ਸਟੇਜ ਤੇ ਬੋਰਡ ਦੀ ਮੰਗ ਅਨੁਸਾਰ ਆਪਣੀ ਸ਼੍ਰੇਣੀ ਨਾਲ ਸੰਬੰਧਿਤ ਹਰ ਤਰ੍ਹਾਂ ਦਾ ਵੈਲਿਡ ਸਰਟੀਫਿਕੇਟ ਸਬੂਤ ਵਜੋਂ ਪੇਸ਼ ਕਰੇਗਾ। ਕਾਉਂਸਲਿੰਗ ਦੇ ਦੌਰਾਨ ਸਾਰੇ ਹੀ ਜਿਹੜੇ ਦਸਤਾਵੇਜ਼ ਨੇ ਉਹ ਚੈੱਕ ਹੋਣਗੇ, ਸਾਰੇ ਹੀ ਦਸਤਾਵੇਜ਼ ਵੈਲਿਡ ਹੋਣੇ ਚਾਹੀਦੇ ਨੇ। ਕਾਉਂਸਲਿੰਗ ਸਮੇਂ ਕਿਸੇ ਵੀ ਲੋੜੀਂਦੇ ਦਸਤਾਵੇਜ਼ ਦੀ ਅਣਹੋਂਦ ਵਿੱਚ ਉਮੀਦਵਾਰ ਨੂੰ ਉਪਰੋਕਤ ਅਸਾਮੀਆਂ ਲਈ ਨਹੀਂ ਵਿਚਾਰਿਆ ਜਾਵੇਗਾ। ਅਗਰ ਲੋੜੀਂਦੇ ਦਸਤਾਵੇਜ਼ਾਂ ਵਿੱਚ ਕੋਈ ਵੀ ਦਸਤਾਵੇਜ਼ ਤੁਹਾਡੇ ਕੋਲ ਨਹੀਂ ਹੈ ਤਾਂ ਉਸਦੀ ਜਿਹੜੀ ਤੁਹਾਨੂੰ ਕੀ ਅਯੋਗ ਕਰਾ ਦਿੱਤਾ ਜਾਵੇਗਾ। ਮੈਰਿਟ ਲਿਸਟ ਵਿੱਚ ਮੌਜੂਦ ਅਗਲੇ ਯੋਗ ਉਮੀਦਵਾਰ ਨੂੰ ਵਿਚਾਰਦੇ ਹੋਏ ਉਸਦਾ ਨਾਮ ਸੰਬੰਧਿਤ ਵਿਭਾਗ ਨੂੰ ਸਿਫਾਰਿਸ਼ ਕਰ ਦਿੱਤਾ ਜਾਵੇਗਾ। ਲਾਸਟ ਸਾਡੇ ਕੋਲ ਪੁਆਇੰਟ ਹੈ, ਜੇਕਰ ਕੋਈ ਉਮੀਦਵਾਰ ਉਕਤ ਅਸਾਮੀਆਂ ਲਈ ਅਜਿਹੀ ਸ਼੍ਰੇਣੀ ਕੋਡ ਦੇ ਵਿਰੁੱਧ ਅਪਲਾਈ ਕਰਦਾ ਹੈ ਜਿਸ ਦਾ ਕੋਈ ਅਸਾਮੀ ਵਿੱਚ ਇਸ਼ਤਿਹਾਰ ਸ਼ਾਮਿਲ ਨਾ ਕੀਤਾ, ਉਸ ਸਥਿਤੀ ਵਿੱਚ ਅਜਿਹੇ ਪ੍ਰਾਰਥੀ ਦੀ ਪਾਤਰਤਾ ਮੁੱਢ ਤੋਂ ਹੀ ਰੱਦ ਮੰਨੀ ਜਾਵੇਗੀ, ਉਸ ਨੂੰ ਜਿਹੜਾ ਹੈਗਾ ਖਾਰਜ ਕਰ ਦਿੱਤਾ ਜਾਏਗਾ। ਠੀਕ ਹੈ ਜੀ। ਅੱਗੇ ਨੋਟ ਨੇ, ਇਹ ਆਪਣੇ ਅਕੋਰਡਿੰਗ ਜਿਹੜਾ ਹੈਗਾ ਤੁਸੀਂ ਪੜ੍ਹ ਲਿਓ। ESM ਲਈ ਹੈ, ਐਕਸ ਸਰਵਿਸ ਵਾਲਿਆਂ ਦੇ ਲਈ। ਠੀਕ ਹੈ ਜੀ। ਨੈਕਸਟ ਆਪਾਂ ਅਗਰ ਪੇ ਸਕੇਲ ਦੀ ਗੱਲ ਕਰੀਏ, ਪੇ ਸਕੇਲ ਮੁੱਢ ਤੋਂ ਹੀ ਮਿਲਣ ਵਾਲੀ ਹੈ। ਮੁੱਢਲਾ ਤਨਖਾਹ ਜਿਹਨੂੰ ਕਹਿੰਦੇ ਆ 35,400 ਹੈ। ਔਰ ਉਮਰ ਸੀਮਾ ਦੀ ਅਗਰ ਆਪਾਂ ਗੱਲ ਕਰੀਏ, ਮੋਸਟ ਇੰਪੋਰਟੈਂਟ, ਉਪਰੋਕਤ ਅਸਾਮੀਆਂ ਲਈ ਉਮੀਦਵਾਰਾਂ ਦੀ ਉਮਰ ਸੀਮਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ 1/1/2022 ਦੇ ਅਨੁਸਾਰ ਹੇਠਾਂ ਲਿਖੀ ਹੋਣੀ ਚਾਹੀਦੀ ਹੈ। 18 ਸਾਲ ਤੋਂ ਘੱਟ ਅਤੇ 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ, ਕਿ 18 ਤੋਂ 37 ਦੇ ਵਿਚਕਾਰ। ਠੀਕ ਹੈ, 18 ਜਾਂ ਫਿਰ 37 ਦੇ ਵਿਚਕਾਰ ਹੋਣੀ ਚਾਹੀਦੀ ਆ। 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ, 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਉਸ ਤੋਂ ਬਾਅਦ ਰਿਜ਼ਰਵੇਸ਼ਨ ਲਿਖੇ ਹੋਏ ਨੇ। ਅਨੁਸੂਚਿਤ ਜਾਤੀ ਤੇ ਪਛੜੀ ਜਾਤੀ ਦੇ ਵਸਨੀਕਾਂ ਲਈ ਵੱਧ ਤੋਂ ਵੱਧ ਉਮਰ ਸੀਮਾ 42 ਸਾਲ ਹੋ ਸਕਦੀ ਹੈ। ਇਸ ਤੋਂ ਇਲਾਵਾ ਰਾਜ ਤੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਉੱਪਰਲੀ ਸੀਮਾ ਵਿੱਚ ਛੋੜ ਦਿੰਦੇ ਵੱਧ ਤੋਂ ਵੱਧ ਉਮਰ 45 ਸਾਲ ਹੋ ਸਕਦੀ ਹੈ। ਔਰ ਇਸ ਤੋਂ ਇਲਾਵਾ ਫੌਜੀਆਂ ਦੇ ਲਈ ਵੀ ਅਲੱਗ ਤੋਂ ਰਿਜ਼ਰਵੇਸ਼ਨ ਆ। ਠੀਕ ਹੈ, ਇਹ ਸਾਰਾ ਤੁਸੀਂ ਆਪਣੇ ਅਕੋਰਡਿੰਗ ਜਿਹੜਾ ਰੀਡ ਕਰ ਲੈਣਾ। ਅਗਰ ਆਪਾਂ ਫੀਸ ਦੀ ਗੱਲ ਕਰੀਏ ਤਾਂ ਆਨਲਾਈਨ ਅਪਲਾਈ ਕਰਨ ਦੇ ਲਈ ਡਿਫਰੈਂਟ ਕੈਟਾਗਰੀਜ਼ ਦੇ ਲਈ ਡਿਫਰੈਂਟ ਫੀਸ ਰੱਖੀ ਗਈ ਹੈ। ਔਰ ਨਾਲ ਹੀ ਇਹ ਗੱਲ ਮੈਂਸ਼ਨ ਕੀਤੀ ਗਈ ਕਿ ਉਮੀਦਵਾਰਾਂ ਦੁਆਰਾ ਅਦਾ ਕੀਤੀ ਫੀਸ ਕਿਸੇ ਵੀ ਸਥਿਤੀ ਦੇ ਵਿੱਚ ਵਾਪਸ ਨਹੀਂ ਕੀਤੀ ਜਾਵੇਗੀ। ਅਗਰ ਚੋਣ ਵਿਧੀ ਦੀ ਆਪਾਂ ਗੱਲ ਕਰੀਏ ਤਾਂ ਮਲਟੀਪਲ ਚੋਇਸ ਕੁਐਸਚਨਸ ਜਿਹੜਾ ਲਿਖਤੀ ਪੇਪਰ ਲਿਆ ਜਾਏਗਾ, ਜਿਸ ਦੇ ਵਿੱਚ ਮਲਟੀਪਲ ਚੋਇਸ ਕੁਐਸਚਨਸ ਹੋਣਗੇ, ਆਬਜੈਕਟਿਵ ਟਾਈਪ। ਜਿੰਨੇ ਵੀ ਤੁਹਾਡੇ ਮਾਰਕਸ ਆਣਗੇ ਉਸ ਦੇ ਅਕੋਰਡਿੰਗ ਕਾਮਨ ਮੈਰਿਟ ਲਿਸਟ ਤਿਆਰ ਕੀਤੀ ਜਾਏਗੀ। ਘੱਟੋ ਘੱਟ 40% ਮਾਰਕਸ ਤਾਂ ਜ਼ਰੂਰ ਹੋਣੇ ਚਾਹੀਦੇ ਨੇ ਐਗਜ਼ਾਮ ਦੇ ਵਿੱਚੋਂ। 40% ਮਾਰਕਸ ਤੋਂ ਘੱਟ ਹੁੰਦੇ ਆ ਤਾਂ ਅਯੋਗ ਜਾਂ ਫਿਰ ਫੇਲ ਕਰਾ ਦਿੱਤਾ ਜਾਵੇਗਾ। ਉਸ ਤੋਂ ਬਾਅਦ ਇਹਨਾਂ ਨੇ ਲਿਖਿਆ ਕਿ ਅਗਰ ਮੈਰਿਟ ਦੀ ਬਰਾਬਰਤਾ ਸੰਬੰਧੀ ਕੋਈ ਮਾਮਲਾ ਸਾਹਮਣੇ ਆਉਂਦਾ ਹੈ, ਯਾਨੀ ਕਿ ਅੰਕ ਸੇਮ ਹੋ ਜਾਂਦੇ ਨੇ, ਤਾਂ ਜਨਮ ਮਿਤੀ ਨੂੰ ਵਿਚਾਰਿਆ ਜਾਵੇਗਾ। ਠੀਕ ਹੈ, ਅਤੇ ਵੱਧ ਉਮਰ ਵਾਲੇ ਨੂੰ ਜਿਹੜੀ ਹੈਗੀ ਹੈ ਉਹਦੀ ਮੈਰਿਟ ਉੱਪਰ ਮੰਨੀ ਜਾਏਗੀ। ਜੇਕਰ ਬਰਾਬਰ ਮੈਰਿਟ ਹਾਸਿਲ ਕਰਨ ਵਾਲੇ ਉਮੀਦਵਾਰ ਦੀ ਜਨਮ ਮਿਤੀ ਵਿੱਚ ਬਰਾਬਰਤਾ ਪਾਈ ਜਾਂਦੀ ਹੈ ਤਾਂ ਇਸ ਸੰਬੰਧੀ ਉਮੀਦਵਾਰ ਦੀ ਮੰਗੀ ਵਿਦਿਅਕ ਯੋਗਤਾ ਦੀ ਪ੍ਰਤੀਸ਼ਤਤਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਵੱਧ ਅੰਕ ਵਾਲੇ ਨੂੰ ਮੈਰਿਟ ਦੇ ਉੱਪਰ ਮੰਨਿਆ ਜਾਵੇਗਾ। ਨੈਕਸਟ ਆਪਾਂ ਗੱਲ ਕਰਦੇ ਹਾਂ ਕਿ ਆਬਜੈਕਟਿਵ ਟਾਈਪ ਲਿਖਤੀ ਪ੍ਰੀਖਿਆ ਦੀ ਮੈਰਿਟ ਦੇ ਆਧਾਰ ਤੇ ਬੋਰਡ ਵੱਲੋਂ ਲਏ ਗਏ ਫੈਸਲੇ ਅਨੁਸਾਰ ਉਮੀਦਵਾਰ ਨੂੰ ਹਰ ਤਰ੍ਹਾਂ ਦੇ ਦਸਤਾਵੇਜ਼ਾਂ ਦੀ ਪੜਤਾਲ ਵੈਰੀਫਿਕੇਸ਼ਨ ਕਰਨ ਲਈ ਕਾਉਂਸਲਿੰਗ ਲਈ ਬੁਲਾਇਆ ਜਾਏਗਾ। ਸੋ ਜਿਨ੍ਹਾਂ ਦਾ ਮੈਰਿਟ ਲਿਸਟ ਦੇ ਵਿੱਚ ਨਾਮ ਆਏਗਾ ਉਹਨਾਂ ਨੂੰ ਕਾਉਂਸਲਿੰਗ ਤੇ ਬੁਲਾਇਆ ਜਾਏਗਾ। ਕਾਉਂਸਲਿੰਗ ਤੇ ਉਪਰੰਤ ਮੁਕੰਮਲ ਤੌਰ ਤੇ ਯੋਗ ਪਾਏ ਗਏ ਉਮੀਦਵਾਰਾਂ ਨੂੰ ਆਫਰ ਲੈਟਰ ਜਿਹੜੇ ਨੇ ਉਹ ਦਿੱਤੇ ਜਾਣਗੇ, ਉਹਨਾਂ ਨੂੰ ਜਿਹੜੀ ਜੋਬ ਹੈ ਉਹ ਮਿਲ ਜੇਗੀ। ਕਾਉਂਸਲਿੰਗ ਲਈ ਬੁਲਾਏ ਗਏ ਉਮੀਦਵਾਰਾਂ ਨੂੰ ਉਹਨਾਂ ਦੀ ਯੋਗਤਾ ਪਾਤਰਤਾ ਦੇ ਆਧਾਰ ਤੇ ਬਿਨੇ ਕਰਨ ਵਾਲੀ ਸ਼੍ਰੇਣੀ ਅਸਾਮੀ ਕੋਡ ਵਿੱਚ ਹੀ ਵਿਚਾਰਿਆ ਜਾਵੇਗਾ। ਨੈਕਸਟ ਆਪਾਂ ਗੱਲ ਕਰਦੇ ਹਾਂ ਲਿਖਤੀ ਪ੍ਰੀਖਿਆ ਦੀ। ਹਰ ਪੱਖੋਂ ਮੁਕੰਮਲ ਆਨਲਾਈਨ ਪ੍ਰਤੀਬਿੰਬਤੀਆਂ ਪ੍ਰਾਪਤ ਹੋਣ ਤੋਂ ਬਾਅਦ ਉਮੀਦਵਾਰਾਂ ਨੂੰ ਲਿਖਤੀ ਆਨਲਾਈਨ ਐਡਮਿਟ ਕਾਰਡ ਜਿਹੜੇ ਨੇ ਜਾਰੀ ਕੀਤੇ ਜਾਣਗੇ। ਲਿਖਤੀ ਪ੍ਰੀਖਿਆ ਦਾ ਸਿਲੇਬਸ ਅਤੇ ਪੈਟਰਨ ਬਾਅਦ ਵਿੱਚ ਬੋਰਡ ਦੀ ਵੈਬਸਾਈਟ ਤੇ ਅਪਲੋਡ ਕੀਤਾ ਜਾਏਗਾ। ਇਸ ਸੰਬੰਧੀ ਉਮੀਦਵਾਰ ਲਗਾਤਾਰ ਬੋਰਡ ਦੀ ਵੈਬਸਾਈਟ ਨੂੰ ਚੈੱਕ ਕਰਦੇ ਰਹਿਣ। ਪ੍ਰੀਖਿਆ ਦੀ ਮਿਤੀ ਤੇ ਪ੍ਰੀਖਿਆ ਕੇਂਦਰ ਆਦਿ ਸਿਰਫ ਬੋਰਡ ਦੀ ਵੈਬਸਾਈਟ ਤੇ ਹੀ ਅਪਲੋਡ ਕੀਤੇ ਜਾਣਗੇ। ਫਾਲਤੂ ਦੇ ਇੱਧਰ ਉੱਧਰ ਦੀ ਜਿਹੜੀ ਗੱਲਾਂ ਨੇ ਉਹਨਾਂ ਦੇ ਵਿੱਚ ਤੁਸੀਂ ਨਹੀਂ ਆਉਣਾ, ਆਫੀਸ਼ੀਅਲ ਵੈਬਸਾਈਟ ਨੂੰ ਚੈੱਕ ਕਰਨਾ ਹੈ। ਅੱਗੇ ਅਪਲਾਈ ਕਰਨ ਦੀ ਵਿਧੀ ਦੱਸੀ ਹੋਈ ਹੈ, ਜਿਸ ਨੂੰ ਰੀਡ ਕਰਕੇ ਤੁਸੀਂ ਆਪਣੀ ਗਾਈਡੈਂਸ ਲੈ ਕੇ ਖੁਦ ਵੀ ਫਿਲ ਕਰ ਸਕਦੇ ਹੋ ਜਾਂ ਫਿਰ ਆਪਣਾ ਫਾਰਮ ਬਾਹਰ ਤੋਂ ਵੀ ਭਰਵਾ ਸਕਦੇ ਹੋ। ਠੀਕ ਹੈ ਜੀ, ਅਸੀਂ ਅੱਜ ਦੀ ਆਫੀਸ਼ੀਅਲ ਇਨਫੋਰਮੇਸ਼ਨ ਨਾਲ ਇਹਨਾਂ ਨੇ ਗੱਲ ਕੀਤੀ ਹੋਈ। ਉਮੀਦਵਾਰ ਨੂੰ ਅਯੋਗ ਕਰਾਰ ਦੇਣ ਜਾਂ ਪਾਤਰਤਾ ਰੱਦ ਕਰਨ ਦੀਆਂ ਸ਼ਰਤਾਂ ਲਿਖੀਆਂ ਹੋਈਆਂ ਨੇ, ਇਹ ਵੀ ਤੁਸੀਂ ਆਪਣੇ ਅਕੋਰਡਿੰਗ ਜਿਹੜਾ ਰੀਡ ਕਰ ਲਿਓ। ਬਾਕੀ ਆਪਾਂ ਸਾਰੀਆਂ ਗੱਲਾਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕੇ ਹਾਂ, ਇਹ ਉਹਨਾਂ ਨੇ ਦੁਬਾਰਾ ਤੋਂ ਜਿਹੜਾ ਹੈਗਾ ਇਹ ਅਲੱਗ ਤੋਂ ਮੈਂਸ਼ਨ ਕੀਤੀਆਂ ਹੋਈਆਂ ਨੇ। ਠੀਕ ਹੈ ਜੀ।
ਔਰ ਇਹ ਸੀਗੀ ਅੱਜ ਇਨਫੋਰਮੇਸ਼ਨ। ਆਈ ਹੋਪ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਆ ਵਧੀਆ ਲੱਗੀ ਹੋਏਗੀ। ਸੋ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਅੱਛੀ ਲੱਗੀ ਹੈ ਤਾਂ ਲਾਈਕ ਜ਼ਰੂਰ ਕਰਕੇ ਜਾਇਓ। ਥੈਂਕ ਯੂ ਸੋ ਮਚ।